ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਸਿਮਰਜੀਤ ਜੱਸੀ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਰੋਵਦਾਰ ਚਿਹਰਾ, ਅੱਖਾਂ ਹਨੇਰੇ ਖੂਹ ਵਾਂਗੂ ਡੂੰਘੀਆਂ, ਚਿਹਰਾ ਪੂਰਾ ਝੁਰੜੀਆਂ ਨਾਲ ਭਰਿਆ ਹੋਇਆ, ਨੱਕ ਤਿੱਖਾ ਪਰ ਉਮਰ ਦੇ ਲਿਹਾਜ਼ ਨਾਲ ਮੁੜ ਗਿਆ ਸੀ। ਉਹਦੇ ਰੰਗ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜਵਾਨੀ ਵੇਲੇ ਜ਼ਰੂਰ ਅੰਡੇ ਵਰਗਾ ਸਫੇਦ ਹੋਣਾ ਹੈ। ਤੁਰਦੀ ਬਹੁਤ ਕਾਹਲੀ ਸੀ। ਅੱਗੇ ਤੋਂ ਘੁਮਾ ਕੇ ਪਿੱਛੇ ਤੱਕ ਉਸਦੀਆਂ ਬਾਹਾਂ ਉਲਝ ਜਾਂਦੀਆਂ ਜਦੋਂ ਵੀ ਉਹ ਕਾਹਲੀ ਕਾਹਲੀ ਤੁਰਦੀ। ਸੂਟ ਉਹਦੇ ਕੋਲ 4 ਕੁ ਹੁੰਦੇ, 2 ਘਰੇ ਪਾਉਣ ਨੂੰ, 2 ਬਾਹਰ ਅੰਦਰ ਜਾਣ ਲੱਗਿਆਂ ਪਾਉਂਦੀ। ਸੂਟਾਂ ਦੇ ਰੰਗ ਵੀ ਯਾਦ ਨੇ, 2 ਤਾਂ ਹਲਕੇ ਚਿੱਟੇ ਰੰਗ ਦੇ ਨਿੱਕੀ ਨਿੱਕੀ ਸੁਰਮਈ ਬੂਟੀ, ਇੱਕ ਭੂਰੇ ਜਿਹੇ ਰੰਗ ਦੇ ਉਹ ਵੀ ਨਿੱਕੀਆਂ ਬੂਟੀਆਂ ਵਾਲਾ ਪਾਰਦਰਸ਼ੀ ਸੂਟ ਜੇ ਉਹ ਫਿੱਕਾ ਪਾਉਂਦੀ ਤਾਂ ਚੁੰਨੀ ਥੋੜ੍ਹੀ ਕੁ ਗੂੜ੍ਹੀ ਅਸਮਾਨੀ ਰੰਗ ਲੈਂਦੀ। ਰੰਗ ਮਾੜਾ ਕੁ ਗੂੜ੍ਹਾ ਹੁੰਦਾ ਤਾਂ ਕਰੀਮ ਕਲਰ ਚੁੰਨੀ ਲੈਂਦੀ। ਕਾਲੇ ਰੰਗ ਦੀ ਚਮੜੀ ਤੇ ਜੁੱਤੀ ਰੱਖਦੀ। ਘਰੇ ਵੱਦਰੀਆਂ ਨੂੰ ਲੀਰਾਂ 'ਚ ਅੜਕਾ ਕੇ ਡੰਗਾ ਸਾਰ ਲੈਂਦੀ। ਇਹ ਸੀ ਤਾਈ ਜਮਾਲੋ। ਤਾਈ ਜਮਾਲੋ ਦੇ ਗਵਾਂਢ ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਘਰ ਲਿਆ ਸੀ। ਪਿੰਡ ਤੋਂ ਬਾਹਰ ਫਿਰਨੀ ਤੇ ਘਰ ਸੀ। ਬੱਸ ਅੱਡੇ ਦੇ ਨਾਲ। ਸੁੱਖ ਨਾਲ ਮੈਂ ਹੁਣ 8ਵੀਂ 'ਚ ਹੋ ਗਈ ਸੀ। ਪੜ੍ਹਨ ਵਿੱਚ ਬਹੁਤ ਤਾਂ ਨਹੀਂ ਪਰ ਹੁਸ਼ਿਆਰ ਸੀ। ਪਹਿਲੀ ਵਾਰ ਜਦ ਤਾਈ ਜਮਾਲੋ ਸਾਡੇ ਘਰ ਆਈ ਤਾਂ ਹੱਥ ਵਿੱਚ ਤੋਰੀਆਂ ਦੀ ਸਬਜ਼ੀ ਸੀ, ਨਿਗੋਚਨ ਸਿਰੇ ਦੀ। ਚਾਹ ਨੂੰ ਵੀ ਨੱਕ ਚੜ੍ਹਾ ਕੇ ਪੀਂਦੀ। ਉਸ ਦਿਨ ਤਾਈ ਦਾ ਸੁਭਾਅ ਦੇਖ ਕੇ ਮੈਨੂੰ ਉਹਦੇ ਤੋਂ ਭੈ ਤੇ ਸ਼ਰਮ ਜਿਹੀ ਮਹਿਸੂਸ ਹੋਈ। ਮੈਨੂੰ ਲੱਗਿਆ ਜਿਵੇਂ ਇਹੋ ਜਿਹੀਆਂ ਅੜਬ ਔਰਤਾਂ ਚੰਗੇ ਭਲੇ ਬੰਦੇ ਦਾ ਆਤਮ ਵਿਸ਼ਵਾਸ ਤੋੜ ਦੇਣ। ਉਸ ਉਮਰ ਵਿੱਚ ਮੇਰੇ ਵਿੱਚ ਪਹਿਲਾਂ ਹੀ ਆਤਮ ਵਿਸ਼ਵਾਸ ਦੀ ਕਮੀ ਸੀ। ਕੁੜੇ ਸੰਗੀ ਨਾ ਕਿਸੇ ਵੀ ਕੰਮ ਨੂੰ, ਜਦੋਂ ਕੋਈ ਲੋੜ ਪਵੇ ਬੇਝਿਜਕ ਆ ਜਾਵੀਂ। ਮਾਂ ਨੂੰ ਜਾਂਦੀ ਹੋਈ ਤਾਕੀਦ ਕਰ ਗਈ। ਮੈਂ ਸ਼ੁਕਰ ਮਨਾਇਆ ਵੀ ਚਲੀ ਗਈ। ਉਹਨਾਂ ਦਿਨਾਂ ਵਿੱਚ ਮੇਰੇ ਤਾਈ ਦੀ ਕੁੜੀ ਨੀਤੂ ਸਾਡੇ ਘਰ ਹੀ ਰਹਿੰਦੀ ਸੀ। ਕਦੇ ਕਦੇ ਉਹ ਆਪਣੇ ਘਰ ਗੇੜਾ ਮਾਰ ਆਉਂਦੀ, ਉਹ ਵੀ ਮੈਨੂੰ ਨਾਲ ਲੈ ਕੇ। ਸਾਡੇ ਦੋਹਾਂ ਭੈਣਾਂ ਦਾ ਅੰਤਾਂ ਦਾ ਪਿਆਰ ਰਿਹਾ ਸੀ। ਬਿੱਲੀਆਂ ਅੱਖਾਂ ਹੋਣ ਕਰਕੇ ਨੀਤੂ ਤੇ ਤਾਈ ਨੇ ਪਤਾ ਨਹੀਂ ਕੀ ਸੋਚ ਕੇ ਟਿੱਪਣੀ ਕੀਤੀ ਸੀ, ਬਿੱਲੀਆਂ ਅੱਖਾਂ ਵਾਲੇ ਲੋਕ ਨਾ ਵਾਲੇ ਚੰਟ ਹੁੰਦੇ ਨੇ। ਉਸ ਦਿਨ ਇਹ ਤਾਂ ਪਤਾ ਲੱਗ ਗਿਆ ਸੀ ਕਿ ਤਾਈ ਮੂੰਹ ਫੁੱਟ ਸੀ। ਸਕੂਲ ਨੂੰ ਜਾਣ ਲੱਗਿਆ ਸਾਨੂੰ ਤਾਈ ਦੇ ਘਰ ਅੱਗੋਂ ਦੀ ਲੰਘਣਾ ਪੈਂਦਾ ਸੀ। ਮੈਂ ਸਵੇਰ ਤੇ ਦੁਪਹਿਰ ਵੇਲੇ ਉਹਦੇ ਘਰ ਵੱਲ ਹਮੇਸ਼ਾ ਝਾਕ ਕੇ ਲੰਘਦੀ। ਲੱਕੜ ਦੀਆਂ ਫੱਟੀਆਂ ਵਾਲਾ ਬੂਹਾ ਹਮੇਸ਼ਾ ਬੰਦ ਹੁੰਦਾ। ਪਤਾ ਨਹੀਂ ਕਿਉਂ ਮੈਂ ਉਸਦੇ ਘਰ ਜਾਣ ਲਈ ਬੜੀ ਉਤਸੁਕ ਸੀ, ਪਰ ਭੈ ਜਿਹਾ ਆਉਂਦਾ। ਉਸ ਦਿਨ ਤਾਈ ਨੇ ਖੁਦ ਸਾਨੂੰ ਰੋਕਿਆ। ਮੇਰੇ ਨਾਲ ਨੀਤੂ ਵੀ ਸੀ। ਸਾਨੂੰ ਘਰ ਅੰਦਰ ਲੈ ਗਈ। ਘਰ ਘੱਟ, ਪਸ਼ੂਆਂ ਦੀ ਚਰਵਾਹ ਜ਼ਿਆਦਾ ਲੱਗ ਰਿਹਾ ਸੀ। ਚੁੱਲ੍ਹੇ ਚੌਂਕੇ ਨੂੰ ਛੱਡ ਕੇ ਪੂਰੇ ਘਰ ਵਿੱਚ ਘਾਹ ਉੱਗਿਆ ਹੋਇਆ ਸੀ। ਇੱਕ ਕੱਚਾ ਪੱਕਾ ਜਿਹਾ ਅਖੀਰੀ ਸ਼ਾਹਾਂ ਤੇ ਚੱਲ ਰਿਹਾ ਕਮਰਾ, ਘਰ ਦੇ ਮੂਹਰਲੇ ਦਰਵਾਜ਼ੇ ਕੋਲ ਖੜੀ ਪੁਰਾਣੇ ਸਮੇਂ ਦੀ ਬਲਦ ਗੱਡੀ। ਖਸਤਾ ਹਾਲਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਹ ਬੜੇ ਸਾਲਾਂ ਦੀ ਉੱਥੇ ਹੀ ਖੜੀ ਸੀ। ਘਾਹ ਨੇ ਉਸਦੇ ਪਹੀਏ ਤੱਕ ਲੁਕਾ ਛੱਡੇ ਸਨ। ਸੜਕ ਨਾਲ ਲੱਗਦੀ ਕੱਚੀ ਕੰਧ ਦੇ ਨਾਲ ਨਾਲ ਨਿੰਮ, ਛੋਟੀ ਬੇਰੀ, ਜਾਮਣਾ, ਇੱਕ ਟਾਹਲੀ ਦੇ ਦਰਖਤ ਲੱਗੇ ਹੋਏ ਸੀ। ਬਸ ਇਹੀ ਦਰਖਤ ਹੀ ਮੈਨੂੰ ਸਭ ਤੋਂ ਵਧੀਆ ਲੱਗੇ। ਉਹਨਾਂ ਹੇਠ ਡਾਇਆ ਮੰਜਾ ਤੇ ਕੋਲ ਪਿਆ ਪਾਣੀ ਦਾ ਘੜਾ। ਜਾਪਦਾ ਸੀ ਤਾਈ ਦਾ ਦੁਪਹਿਰਾ ਇੱਥੇ ਹੀ ਢਲਦਾ ਹੋਏਗਾ। ਕੱਚੀਆਂ ਕੰਧਾਂ ਮੀਂਹਾਂ ਦੀਆਂ ਮਾਰਾਂ ਕਰਕੇ ਖੁਰ ਖੁਰ ਕੇ ਨਿਢਾਲ ਜਿਹੀਆਂ ਲੱਗ ਰਹੀਆਂ ਸਨ। ਉਹਨਾਂ ਵਿੱਚ ਬਣੀਆਂ ਸੱਪਾਂ ਜਾਂ ਚੂਹਿਆਂ ਦੀਆਂ ਬਿੱਲਾਂ ਤੋਂ ਪੱਕਾ ਹੋ ਗਿਆ ਸੀ ਕਿ ਤਾਈ ਕੇ ਘਰ ਸੱਪ ਵੀ ਜ਼ਰੂਰ ਹੋਏਗਾ, ਪਰ ਘੱਟੋ ਘੱਟ 2 ਕਨਾਲਾਂ ਵਿੱਚ ਫੈਲਿਆ ਸੀ। ਪਰ ਇੰਨੇ ਵੱਡੇ ਘਰ ਵਿੱਚ ਇੱਕੋ ਇੱਕ ਕਮਰਾ, ਜਿਵੇਂ ਪੂਰੀ ਚਾਦਰ ਛੱਡ ਕੇ ਕੋਈ ਅਣਜਾਣ ਨਵੀਂ ਸਿੱਖ ਕੁੜੀ ਕਿਨਾਰੀ ਤੇ ਵੇਲ ਪਾਉਂਦੀ ਹੈ। ਉਸ ਦਿਨ ਤਾਈ ਨੇ ਸਾਨੂੰ ਖਾਣ ਨੂੰ ਚੌਲਾਂ ਦੇ ਮਰੁੰਡੇ ਦਿੱਤੇ। ਸਲਾਬ ਨਾਲ ਭੁਰਭੁਰੇ ਹੋਏ ਉਹ ਦੰਦਾਂ ਹੇਠ ਆਉਣ ਤੋਂ ਪਹਿਲਾਂ ਭੁਰ ਗਏ, ਪਰ ਸਵਾਦ ਲੱਗੇ। ਉਸ ਦਿਨ ਤਾਈ ਚੰਗੀ ਲੱਗੀ। ਕੁੜੀਓ, ਜਦੋਂ ਤੁਹਾਡਾ ਜੀ ਮੰਨੇ ਆ ਜਾਇਆ ਕਰੋ ਖੇਡਣ। ਛੁੱਟੀ ਵਾਲੇ ਦਿਨ ਅਸੀਂ ਤਿੰਨੇ ਤੇ ਨਾਲ ਗੇਂਦ ਚੁੱਕਣ ਲਈ ਮੇਰੇ ਤੇ ਪਾਲੀ ਦੇ ਛੋਟੇ ਭਰਾ ਨੂੰ ਵੀ ਨਾਲ ਲੈ ਜਾਂਦੀਆਂ। ਉਸ ਦਿਨ ਪੂਰਾ ਦਿਨ ਅਸੀਂ ਤਾਈ ਦੇ ਵਿਹੜੇ ਵਿੱਚ ਖੇਡਦੇ ਰਹਿੰਦੇ। ਤਾਈ ਦਾ ਭੂਰੇ ਰੰਗ ਦਾ ਕੁੱਤਾ ਭੋਲੂ ਤਾਈ ਵਾਂਗੂ ਬਜ਼ੁਰਗ ਹੋ ਗਿਆ ਸੀ। ਸਾਰਾ ਦਿਨ ਸਿਰ ਸੁੱਟ ਕੇ ਸੁੱਤਾ ਰਹਿੰਦਾ। ਕਦੇ ਕਦੇ ਗਲੀ 'ਚ ਭੌਂਕਦੇ ਦੂਸਰੇ ਕੁੱਤਿਆਂ ਨਾਲ ਹਲਕਾ ਜਿਹਾ ਭੌਂਕ ਕੇ ਆਪਣੀ ਹੋਂਦ ਦਾ ਅਹਿਸਾਸ ਕਰਾ ਦਿੰਦਾ। ਮੈਂ ਅਕਸਰ ਰਾਤ ਨੂੰ ਸੁੱਤੀ ਪਈ ਸੋਚਦੀ ਰਹਿੰਦੀ ਕਿ ਇੰਨੇ ਵੱਡੇ ਘਰ ਵਿੱਚ ਤਾਈ ਕਿਵੇਂ ਨਿੱਡਰ ਹੋ ਕੇ ਸੁੱਤੀ ਰਹਿੰਦੀ ਹੈ, ਉਹ ਵੀ ਇਕੱਲੀ। ਦੂਜਾ ਸਵਾਲ ਮੇਰੇ ਮਨ 'ਚ ਆਉਂਦਾ ਇਹ ਸੀ ਕਿ ਕੋਠੀ ਤਾਂ ਦੂਰ ਦੀ ਗੱਲ, ਤਾਈ ਕੋਲ ਤਾਂ ਕੋਠਾ ਵੀ ਖਸਤਾ ਹਾਲਤ ਵਿੱਚ ਸੀ। ਫਿਰ ਉਹਨੂੰ ਕੋਠੀ ਵਾਲੀ ਤਾਈ ਕਿਉਂ ਕਹਿੰਦੇ ਨੇ? ਇੱਕ ਦਿਨ ਤਾਈ ਸਵਖਤੇ ਹੀ ਘਰ ਆ ਗਈ। ਮੈਨੂੰ ਕਹਿੰਦੀ, ਸਕੂਲ ਤੋਂ ਆਉਂਦੇ ਹੋਏ ਮੇਰੇ ਕੋਲ ਹੋ ਕੇ ਜਾਵੀਂ। ਮੈਂ ਬਿਨਾਂ ਜਵਾਬ ਸਵਾਲ ਕੀਤਿਆਂ ਵੀ ਸਿਰ ਹਿਲਾ ਦਿੱਤਾ। ਸਕੂਲ 'ਚ ਪੂਰਾ ਦਿਨ ਅੱਚ ਵਿੱਚ ਲੰਘ ਗਿਆ। ਇੱਕੋ ਖਿਆਲ ਆਈ ਜਾਵੇ ਵੀ ਤਾਈ ਨੇ ਅੱਜ ਘਰ ਕਿਸ ਮਕਸਦ ਨੂੰ ਬੁਲਾਇਆ ਹੈ। ਛੁੱਟੀ ਹੋਣ ਬਾਅਦ ਦਿਲ ਦਿਮਾਗ 'ਚ ਚੜ੍ਹਦੇ ਉਤਰਦੇ ਵਿਚਾਰਾਂ ਨੂੰ ਸਮੇਟਦੇ ਬਿਨਾਂ ਰੋਟੀ ਖਾਏ ਮੈਂ ਤੇ ਨੀਤੂ ਤਾਈ ਕੋਲ ਜਾ ਖੜੀਆਂ।
ਉਸਨੇ ਪਹਿਲਾਂ ਤਾਂ ਸਾਨੂੰ ਇੱਕ ਇੱਕ ਲੱਡੂ ਦਿੱਤਾ, ਦੋ ਦੋ ਸ਼ੱਕਰਪਾਰੇ ਤੇ ਅੱਧਾ ਟੁਕੜਾ ਜਲੇਬੀ ਦਾ ਨੀਤੂ ਦੀ ਮੁੱਠੀ ਤੇ ਧਰ ਦਿੱਤਾ। ਅੰਨੇ ਲਈ ਦੋ ਅੱਖਾਂ ਦੀ ਜੋ ਅਹਿਮੀਅਤ ਹੁੰਦੀ ਹੈ, ਉਵੇਂ ਹੀ ਸਾਡੇ ਲਈ ਉਸ ਦੀ ਮਠਿਆਈ ਦੀ ਅਹਿਮੀਅਤ ਸੀ। ਵਿਆਹ ਦੀ ਮਠਿਆਈ 'ਚ ਜੋ ਸਵਾਦ ਹੁੰਦਾ ਉਹ ਬਾਜ਼ਾਰ ਤੋਂ ਬਿਨਾਂ ਮਕਸਦ ਖਰੀਦੀ ਮਠਿਆਈ 'ਚੋਂ ਨਹੀਂ ਮਿਲਦਾ। ਕੁੜੀਓ ਮੰਜੇ 'ਤੇ ਬਹਿ ਜਾਓ। ਅੰਦਰੋਂ ਨਿਕਲਦੀ ਤਾਈ ਦੇ ਹੱਥ ਵਿੱਚ ਸਖਤ ਜਲਦ ਵਾਲੀ ਕਾਪੀ ਤੇ ਇੱਕ ਸਸਤਾ ਜਿਹਾ ਪੈਨ ਫੜਿਆ ਹੋਇਆ ਸੀ। ਮੈਂ ਜਾਮਨ ਥੱਲੇ ਡਹੇ ਮੰਜੇ 'ਤੇ ਸੂਹ ਧੋ ਕੇ ਬਹਿ ਗਈ। ਮੰਜੇ ਦੇ ਪਾਵੇ ਬੜੇ ਮਜ਼ਬੂਤ ਤੇ ਲੰਮੇ ਸੀ। ਨੀਤੂ ਦੀਆਂ ਲੱਤਾਂ ਧਰਤੀ 'ਤੇ ਲੱਗਣ ਦੀ ਬਜਾਏ ਉੱਪਰ ਹੀ ਲਮਕੀ ਜਾਣ। ਉਹ ਦੋਨੋਂ ਹੱਥ ਗੱਲਾਂ 'ਤੇ ਧਰ ਕੇ ਕੂਣੀਆਂ ਗੋਡੇ 'ਤੇ ਟਿਕਾ ਕੇ ਕੰਬਲਿਆਂ ਤਰ੍ਹਾਂ ਲੱਤਾਂ ਹਿਲਾਉਣ ਲੱਗੀ। ਕਿਉਂ ਕੁੜੇ ਲੱਤਾਂ ਹਿਲਾਈ ਜਾਨੀ ਐ? ਮਾੜਾ ਹੁੰਦਾ, ਪਹਿਲਾਂ ਹੀ ਘਰ 'ਚੋਂ ਕਲੇਸ਼ ਨਹੀਂ ਮੁੱਕਦਾ। ਤਾਈ ਦੀ ਘੂਰੀ ਨੇ ਇੱਕ ਵਾਰ ਤਾਂ ਸਾਨੂੰ ਦੋਨਾਂ ਨੂੰ ਡਰਾ ਦਿੱਤਾ। ਮੇਰੇ ਵੱਲ ਕਾਪੀ ਕਰਦਿਆਂ ਕਹਿਣ ਲੱਗੀ, ਧੀਏ ਇੱਕ ਚਿੱਠੀ ਲਿਖਣੀ ਆ। ਮੈਨੂੰ ਵੱਖਰਾ ਜਿਹਾ ਚਾਅ ਚੜਿਆ। ਪਹਿਲੀ ਵਾਰ ਮੈਂ ਚਿੱਠੀ ਲਿਖਣ ਲੱਗੀ ਸੀ। ਮੈਨੂੰ ਫ਼ਖਰ ਜਿਹਾ ਹੋਈ ਜਾਵੇ ਵੀ ਮੈਂ ਹੁਣ ਚਿੱਠੀਆਂ ਲਿਖਣ ਜੋਗੀ ਹੋ ਗਈ ਸੀ। ਦੂਜਾ ਚਾਅ ਇਸ ਗੱਲ ਦਾ ਵੀ ਸੀ, ਜਿਹੜਾ ਮੇਰੀ ਲਿਖਾਈ 'ਚ ਲਿਖੀ ਚਿੱਠੀ ਪੜ੍ਹੂ ਉਹ ਤਾਂ ਮੇਰੀ ਸੁੰਦਰ ਲਿਖਾਈ ਨਾਲ ਹੀ ਕੀਲਿਆ ਜਾਊ। ਮੇਰੀ ਲਿਖਾਈ ਸ਼ੁਰੂ ਤੋਂ ਹੀ ਬੜੀ ਸੋਹਣੀ ਰਹੀ ਸੀ। ਹੋਰ ਭਲਾ ਕਿਸੇ ਚੀਜ਼ ਦਾ ਮਾਣ ਨਹੀਂ ਸੀ, ਪਰ ਮਾਣ ਸੀ ਕਿ ਚਿਣ ਚਿਣ ਕੇ ਲਿਖੇ ਅੱਖਰ ਆਪ ਬੋਲਣ ਨੂੰ ਕਰਦੀ। ਤਾਈ ਨੇ ਬੋਲਣਾ ਸ਼ੁਰੂ ਕੀਤਾ, ਲਿਖ। ਸਤਿ ਸ਼੍ਰੀ ਅਕਾਲ ਥਾਣੇਦਾਰ ਸਾਹਿਬ, ਤੁਹਾਡੇ ਪਾਸ ਇੱਕ ਅਰਜ਼ੋਈ ਹੈ। ਮੇਰਾ ਚੰਦਰਾ ਗਵਾਂਢ ਮੈਨੂੰ ਬਹੁਤ ਠਿੱਠ ਕਰਦਾ ਹੈ। ਸਾਰਾ ਟੱਬਰ ਮੇਰੇ ਇੱਟਾਂ ਰੋੜੇ ਮਾਰਦਾ। ਨਾਲੇ ਇਹਨਾਂ ਨੇ ਮੇਰੇ ਥਾਂ 'ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ। ਜਾਣ ਬੁੱਝ ਕੇ ਆਪਣੇ ਪਸ਼ੂ ਮੇਰੇ ਵਿਹੜੇ 'ਚ ਛੱਡ ਦਿੰਦੇ ਨੇ। ਮੈਨੂੰ ਪੂਰਾ ਟੱਬਰ ਗੰਦੀਆਂ ਗਾਲਾਂ ਕੱਢਦਾ। ਮੈਨੂੰ ਇਹਨਾਂ ਦੇ ਟੱਬਰ ਤੋਂ ਜਾਨ ਦਾ ਖਤਰਾ ਹੈ। ਚੱਲ ਬੱਸ ਕੁੜੇ, ਲਿਆ ਦੇ। ਚਿੱਠੀ ਦੀਆਂ 4 ਤਹਿਾਂ ਲਗਾ ਕੇ ਕੁੜਤੇ ਦੇ ਖੀਸੇ 'ਚ ਪਾ ਲਈ। ਮੇਰਾ ਮਨ ਖਰਾਬ ਹੋਇਆ ਕਿ ਮੈਂ ਪਹਿਲੀ ਵਾਰ ਚਿੱਠੀ ਲਿਖੀ, ਉਹ ਵੀ ਕਿਸੇ ਦੀ ਸ਼ਿਕਾਇਤ। ਮੇਰੀ ਇੰਨੀ ਹਿੰਮਤ ਨਾ ਹੋਈ ਵੀ ਤਾਈ ਨੂੰ ਪੁੱਛ ਲਵਾਂ ਕਿ ਕਿਹੜੇ ਵਾਲੇ ਗਵਾਂਢੀ ਤੰਗ ਕਰਦੇ ਨੇ, ਕਿਉਂਕਿ ਤਾਈ ਦੇ ਘਰ ਨੂੰ 2 ਜਣੇ ਗਵਾਂਢੀ ਸੀ। ਇੱਕ ਪਾਸੇ ਫਿਰਨੀ ਦੀ ਸੜਕ, ਦੂਜੇ ਪਾਸੇ ਉਲਟ ਪਾਸੇ ਸਾਡਾ ਘਰ ਤੇ ਇੱਕ ਪਾਸੇ ਪਿੰਡ ਦੇ ਅੰਦਰਲੀ ਜਾਂਦੀ ਗਲੀ। ਹੁਣ ਚਿੱਠੀਆਂ ਲਿਖਵਾਉਣ ਦਾ ਇਹ ਸਿਲਸਿਲਾ ਹਰ 15 ਦਿਨ ਬਾਅਦ ਸ਼ੁਰੂ ਹੋ ਜਾਂਦਾ। ਇੱਕ ਦਿਨ ਤਾਈ ਨੇ ਚਿੱਠੀ ਲਿਖਵਾਉਂਦੀ ਨੇ ਦੱਸਿਆ, ਆਹਾ ਰਾਈਕੇ ਕਾ ਕੰਡਾ ਤਾਂ ਮੈਂ ਕੱਢ ਕੇ ਹਟੂੰਗੀ। ਬਾਲਾ ਲਹੂ ਪੀਤਾ ਹੈ ਨਪੱਤਿਆਂ ਦੇ ਨੇ। ਕੰਜਰਾਂ ਨੇ ਮੇਰੀ ਜਗ੍ਹਾ ਮੱਲ ਲਈ। ਹੋਰ ਵੀ ਪਤਾ ਨਹੀਂ ਕਿੰਨੀਆਂ ਹੀ ਗਾਲਾਂ ਗਹੂ ਕੱਢੀ ਜਾ ਰਹੀ ਸੀ। ਹੁਣ ਮੈਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਤਾਈ ਦਾ ਰੌਲਾ ਕਿਸ ਨਾਲ ਹੈ। ਇਹ ਤਾਂ ਸਾਡੇ ਰਿਸ਼ਤੇਦਾਰੀ 'ਚੋਂ ਲੱਗਦੇ ਮੇਰੇ ਚਾਚੇ ਨੂੰ ਗਾਲਾਂ ਕੱਢ ਰਹੀ ਸੀ, ਜਿਨ੍ਹਾਂ ਨੇ ਸਾਲ ਕੁ ਪਹਿਲਾਂ ਤਾਈ ਦੇ ਮੁੰਡਿਆਂ ਕੋਲੋਂ 10 ਕੁ ਮਰਲੇ ਥਾਂ ਖਰੀਦਿਆ ਸੀ। ਉਦੋਂ ਦੀ ਉਹ ਉਹਨਾਂ 'ਤੇ ਔਖੀ ਭਾਰੀ ਹੁੰਦੀ ਸੀ। ਚਾਚੇ ਨੂੰ ਕੱਢੀਆਂ ਜਾ ਰਹੀਆਂ ਬੇਮਤਲਬ ਦੀਆਂ ਗਾਲਾਂ ਮੈਨੂੰ ਚੰਗੀਆਂ ਤਾਂ ਨਾ ਲੱਗਦੀਆਂ, ਪਰ ਸਾਨੂੰ ਤਾਂ ਤਾਈ ਤੱਕ ਇਹ ਮਤਲਬ ਸੀ ਵੀ ਉਹ ਸਾਨੂੰ 3-4 ਜਣਿਆਂ ਨੂੰ ਹੀ ਆਪਣੇ ਘਰ ਖੇਡਣ ਦਿੰਦੀ ਸੀ। ਹੋਰ ਤਾਂ ਹਵਾ ਦੀ ਮਜਾਲ ਵੀ ਨਹੀਂ ਸੀ ਕਿ ਉਸ ਤੋਂ ਪੁੱਛੇ ਬਿਨਾਂ ਉਸਦੇ ਘਰ ਵਿੱਚ ਦੀ ਵਗੇ। ਦੂਸਰਾ, ਉਹ ਕੁਝ ਨਾ ਕੁਝ ਖਾਣ ਨੂੰ ਦਿੰਦੀ ਰਹਿੰਦੀ। ਚਾਚੇ ਨੂੰ ਅਜੇ ਇਹ ਨਹੀਂ ਪਤਾ ਸੀ ਵੀ ਉਹ ਉਹਨਾਂ ਦੇ ਖਿਲਾਫ ਤਾਈ ਨੂੰ ਚਿੱਠੀਆਂ ਲਿਖ ਦਿੰਦੀ ਸੀ। ਡਰ ਵੀ ਸੀ ਮਨ ਵਿੱਚ ਕਿ ਜਿਸ ਦਿਨ ਘਰੇ ਪਤਾ ਲੱਗਿਆ ਮਾਂ ਤੋਂ ਫਿਰ ਚਾਚੇ ਹੋਰਾਂ ਤੋਂ ਗੁੱਤ ਜ਼ਰੂਰ ਪੱਟੀ ਜਾਣੀ ਏ। ਇੱਕ ਦਿਨ ਮੈਂ ਹਿੰਮਤ ਇਕੱਠੀ ਕਰਕੇ ਜਮਾਲੋ ਤਾਈ ਨੂੰ ਪੁੱਛ ਲਿਆ, ਤਾਈ ਤੁਹਾਡੀ ਕੋਠੀ ਕਿੱਥੇ ਹੈ? ਨੀ ਕਿਹੜੀ ਕੋਠੀ? ਮੈਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਤਾਈ ਦਾ ਜਵਾਬ ਉਡੀਕ ਰਹੀ ਸੀ। ਫਿਰ ਤਾਈ ਨੂੰ ਜਿਵੇਂ ਸਮਝ ਆ ਗਈ ਹੋਵੇ, ਹੱਸ ਦੱਸਣ ਲੱਗੀ, ਇੱਕ ਵਾਰ ਤੇਰਾ ਤਾਇਆ ਲਾਗਲੇ ਪਿੰਡ ਕਿਸੇ ਤਕੜੇ ਜ਼ਮੀਂਦਾਰ ਤੋਂ ਕਬੂਤਰ ਲੈਣ ਗਿਆ। ਤੇਰੇ ਤਾਈ ਨੂੰ ਕਬੂਤਰ ਬੜੇ ਪਸੰਦ ਸੀ। ਜ਼ਮੀਂਦਾਰ ਨੇ ਪੁੱਛਿਆ, ਭਾਈ ਜਵਾਨਾ ਪਿੰਡ ਕਿਹੜਾ ਏ ਤੇਰਾ ਤੇ ਨਾਂ ਕੀ ਹੈ? ਤੇਰੇ ਤਾਈ ਨੇ ਦੱਸਿਆ, ਜੀ ਬਲਵੰਤ ਸਿਉ, ਕੋਠੀ ਵਾਲਾ ਫਲਾਣੇ ਪਿੰਡ ਤੋਂ। ਇੱਕ ਦਿਨ ਕਿਤੇ ਉਸ ਜ਼ਮੀਂਦਾਰ ਦਾ ਨਾਲ ਦੇ ਕਿਸੇ ਪਿੰਡ ਬਾਜੀ 'ਤੇ ਛੱਡਿਆ ਕਬੂਤਰ ਨਾ ਥਿਆਇਆ। ਉਹ ਲੰਘਦੇ ਹੋਏ ਆਪਣੇ ਪਿੰਡ ਆ ਵੜਿਆ। ਪਿੰਡ ਦੇ ਕਿੰਨੇ ਹੀ ਲੋਕਾਂ ਨੂੰ ਪੁੱਛਿਆ, ਬਈ ਬਲਵੰਤ ਸਿਉ ਕੋਠੀ ਵਾਲੇ ਦੇ ਜਾਣਾ। ਕਿਸੇ ਨੂੰ ਪਤਾ ਨਾ ਲੱਗੇ ਵੀ ਆਹ ਪਿੰਡ 'ਚ ਬਲਵੰਤ ਕਿਹੜਾ ਆ ਗਿਆ ਜਿਹਨੇ ਰਾਤੋਂ ਰਾਤ ਕੋਠੀ ਪਾ ਲਈ। ਫਿਰ ਕਿਸੇ ਨੇ ਦਿਮਾਗ 'ਤੇ ਜ਼ੋਰ ਪਾ ਕੇ ਤੇਰੇ ਤਾਏ ਦਾ ਜ਼ਿਕਰ ਕੀਤਾ। ਉਸ ਦਿਨ ਤੋਂ ਬਾਅਦ ਸਾਰੇ ਤੇਰੇ ਤਾਈ ਨੂੰ ਕੋਠੀ ਵਾਲਾ ਤੇ ਮੈਨੂੰ ਕੋਠੀ ਵਾਲੀ ਸੱਦਣ ਲੱਗ ਪਏ। ਤਾਈ ਉਸ ਦਿਨ ਵੱਖੋ ਹੋਏ ਮੂੰਹ ਨਾਲ ਕਿੰਨਾ ਸਾਰਾ ਹੱਸੀ ਸੀ। ਤਾਈ ਤੂੰ ਕੱਲੀ ਕਿਉਂ ਰਹਿਣੀ ਹੈ? ਮੇਰੇ ਵਿੱਚ ਜਿਵੇਂ ਹਿੰਮਤ ਆ ਗਈ ਸੀ ਤਾਈ ਨਾਲ ਖੁੱਲ੍ਹ ਕੇ ਗੱਲ ਕਰਨ ਦੀ। ਨੀਤੂ ਵੀ ਸੂਹ ਧੋ ਕੇ ਮੰਜੇ 'ਤੇ ਬੈਠ ਗਈ। ਧੀਏ ਸੁੱਖ ਨਾਲ ਸੋਹਣਾ ਟੱਬਰ ਆ ਮੇਰਾ। ਮੇਰੇ ਦੋਨੋਂ ਪੁੱਤਾਂ ਨੇ ਖੇਤ ਵਿੱਚ ਕੋਠੀ ਅਰਗਾ ਘਰ ਪਾਇਆ ਹੋਇਆ ਏ। ਉਹ ਤਾਂ ਬਥੇਰਾ ਕਹਿੰਦੇ ਵੀ ਮਾਂ ਨਾਲ ਚੱਲ, ਪਰ ਮੇਰਾ ਆਹ ਘਰ ਛੱਡ ਕੇ ਜਾਣ ਨੂੰ ਮਸਾਂ ਜੀ ਨਹੀਂ ਕਰਦਾ। ਬਸ ਮੈਨੂੰ ਤਾਂ ਉਹਨਾਂ ਦੇ ਇਸ ਗੱਲ ਦਾ ਗੁੱਸਾ ਏ ਜਿਹੜੇ ਉਹਨਾਂ ਨੇ ਮੇਰੇ ਥਾਂ 'ਚੋਂ 10 ਮਰਲੇ ਰਾਈ ਨੂੰ ਸਸਤੇ ਭਾਅ ਵਿੱਚ ਵੇਚ ਦਿੱਤਾ। ਇੱਕ ਮੇਰੀਆਂ ਨੂੰਹਾਂ ਵੀ ਕੁਲੈਣੀਆਂ ਨੇ ਬੜੀਆਂ। ਇੱਕੋ ਸਾਹ ਕਿੰਨੀਆਂ ਹੀ ਗੱਲਾਂ ਤਾਈ ਨੇ ਨਵੇੜ ਛੱਡੀਆਂ।
ਉਹ ਵੀ ਜਿਵੇਂ ਭਰੇ ਹੋਏ ਘੜੇ ਵਾਂਗੂ ਉਲਰਨਾ ਹੀ ਚਾਹੁੰਦੀ ਸੀ। ਵੱਡੀ ਉਮਰ ਦੀ ਹੋਣ ਕਰਕੇ ਸਭ ਗਵਾਂਢੀ ਕਹਿੰਦੇ ਸੀ ਕਿ ਜਮਾਲੋ ਸਠਿਆ ਗਈ ਹੈ। ਸਭ ਨੂੰ ਅਵਾ ਤਵਾ ਬੋਲਦੀ ਤੇ ਬੌੜ ਮਾਰਦੀ ਸੀ। ਉਸ ਦਿਨ ਮੇਰਾ ਛੋਟਾ ਭਰਾ ਵੀ ਸਾਡੇ ਨਾਲ ਤਾਈ ਕੇ ਘਰ ਖੇਡਣ ਗਿਆ ਹੋਇਆ ਸੀ। ਤਾਈ ਨੇ ਸਾਨੂੰ ਆਪਣੇ ਕਮਰੇ ਅੰਦਰ ਸੱਦਿਆ। ਚੂਹਿਆਂ ਦੀ ਹਵਾੜ ਨਾਲ ਭਰਿਆ ਥਾਂ ਥਾਂ ਤੋਂ ਲਿਓੜ ਲੱਥੇ ਪਏ ਸੀ। 2 ਮੰਜੇ ਡਹੇ ਸੀ, ਇੱਕ ਤੇ ਬਿਸਤਰ ਤੇ ਦੂਜੀ ਤੇ ਪੁਰਾਣੀ ਜਿਹੀ ਚਾਦਰ ਵਿਛੀ ਹੋਈ ਸੀ। 3 ਕੁ ਇੱਟਾਂ ਜੋੜ ਪਾਣੀ ਦਾ ਘੜਾ ਰੱਖਿਆ ਹੋਇਆ ਸੀ, ਹਰਵਿਆਈ ਨਾਲ ਭਰਿਆ। ਭਾਂਡੇ ਰੱਖਣ ਵਾਲੀ ਲੋਹੇ ਦੀਆਂ ਤਾਰਾਂ ਦੀ ਟੁੱਟੀ ਟੋਕਰੀ, ਕਮਰੇ ਦੇ ਅਖੀਰ ਤੇ ਬੰਨੀ ਤਣੀ ਤੇ ਟੰਗੇ ਗਿਣਤੀ ਦੇ ਕੱਪੜੇ ਤੇ ਲੱਕੜ ਦਾ ਇੱਕ ਪੁਸ਼ਤੈਨੀ ਸੰਦੂਕ। ਕੁਝ ਵੀ ਖਾਸ ਨਹੀਂ ਸੀ ਤਾਈ ਦੇ ਕਮਰੇ ਵਿੱਚ। ਤਾਈ ਨੇ ਕਿੱਲੀ ਤੇ ਟੰਗਿਆ ਇੱਕ ਲਿਫਾਫਾ ਉਤਾਰਿਆ, ਪੁਰਾਣੀ ਹੋਈ ਬਰਫੀ ਸਾਡੇ ਅੱਗੇ ਰੱਖ ਦਿੱਤੀ, ਨਾਲੇ ਸੰਤਰੇ ਦੀਆਂ 4-5 ਛੋਟੀਆਂ ਗੋਲੀਆਂ ਚਿਪ ਚਿਪ ਕਰਦੀਆਂ ਮੈਨੂੰ ਫੜਾ ਦਿੱਤੀਆਂ। ਚਿੱਤ ਮਾਰ ਕੇ ਅਸੀਂ ਖਾ ਲਈਆਂ। ਫਿਰ ਉਹੀ ਪੁਰਾਣੀ ਕਾਪੀ ਤੇ ਉਹੀ ਟੁੱਟੇ ਪੋਪਲੇ ਵਾਲਾ ਪੈਨ ਮੇਰੇ ਮੂਹਰੇ ਲਿਆ ਧਰਿਆ। ਉਹੀ ਰੱਟੀਆਂ ਰਟਾਈਆਂ ਗੱਲਾਂ, ਚਾਚੇ ਤੇ ਉਸਦੇ ਸਾਰੇ ਪਰਿਵਾਰ ਬਾਰੇ ਸ਼ਿਕਾਇਤਾਂ ਦਾ ਢੇਰ। ਬਸ ਇੱਕ ਨਵੀਂ ਸ਼ਿਕਾਇਤ ਜਿਸ ਨੇ ਮੇਰਾ ਦਿਮਾਗ ਹਿਲਾਉਣ ਵਾਲਾ ਕਰ ਦਿੱਤਾ। ਇਹ ਵੀ ਲਿਖ ਚਿੱਠੀ ਵਿੱਚ ਕਿ ਰਾਤ ਰਾਈਆਂ ਕੰਧ ਟੱਪ ਕੇ ਮੇਰੇ ਘਰੇ ਆ ਵੜਿਆ ਤੇ ਮੇਰੀ ਇੱਜ਼ਤ ਖਰਾਬ ਕਰਨ ਲੱਗਾ। ਤਾਈ ਦੀ ਇਹ ਗੱਲ ਮੈਨੂੰ ਉੱਕਾ ਨਾ ਜਚੀ। ਤਾਈ ਦੀ ਤੇ ਚਾਚੇ ਦੀ ਉਮਰ 'ਚ ਅੱਧ ਨਾਲੋਂ ਵੀ ਜ਼ਿਆਦਾ ਫਰਕ। ਉੱਪਰੋਂ ਚਾਚਾ ਸਾਡਾ ਕਾਮਰੇਡ ਬੰਦਾ, ਕਹਿੰਦਾ ਕਹਾਉਂਦਾ ਰਸੂਲ ਵਾਲਾ ਲੀਡਰ ਸੀ। ਇਹ ਗੱਲ ਤਾਈ ਸਰਾਸਰ ਝੂਠ ਬੋਲ ਰਹੀ ਸੀ। ਮੈਨੂੰ ਪਤਾ ਸੀ, ਇਸ ਕਰਕੇ ਮੈਂ ਉਹ ਗੱਲ ਚਿੱਠੀ ਵਿੱਚ ਨਹੀਂ ਲਿਖੀ। ਸੱਚੀ ਉਹ ਪਾਗਲ ਹੋ ਗਈ ਲੱਗਦੀ ਸੀ। ਉਹ ਸ਼ਾਮ ਨੂੰ ਗਲੀ 'ਚੋਂ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਚੌਰਿਆ, ਬਦਮਾਸ਼ਾਂ, ਹੋਰ ਪਤਾ ਨਹੀਂ ਕਿੰਨੀਆਂ ਹੀ ਵੰਨਗੀ ਦੀਆਂ ਗਾਲਾਂ ਦਾ ਆਦਾਨ ਪ੍ਰਦਾਨ ਹੋ ਰਿਹਾ ਸੀ। ਭਾਂਡੇ, ਚੱਪਲਾਂ, ਇੱਟਾਂ, ਰੋੜੇ ਕੰਧ ਤੋਂ ਆਰ-ਪਾਰ ਚੱਲ ਰਹੇ ਸੀ। ਚਾਚੇ ਤੇ ਤਾਈ ਜਮਾਲੋ ਵਿਚਲੇ ਖੂਬ ਲੜਾਈ ਹੋਈ। ਤਾਈ ਦਾ ਕੁੱਤਾ ਭੋਲੂ ਭੌਂ-ਭੌਂ ਕਰਕੇ ਤੇ ਹੋਰ ਚਾਚੇ ਦੀਆਂ ਬੱਕਰੀਆਂ ਮੈਂ ਕਰਕੇ ਲੜਾਈ 'ਚ ਆਪਣਾ ਹਿੱਸਾ ਪਾਈ ਜਾਣ। ਮੈਂ ਤਾਈ ਤੇ ਚਾਚੇ ਕੇ ਘਰ ਨੂੰ ਜੋੜਦੀ ਸਾਂਝੀ ਕੰਧ ਵਿਚਕਾਰ ਖੜੀ ਸੀ। ਦੋਵਾਂ ਧਿਰਾਂ ਬਰਾਬਰ ਦੇ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਰਾਤ ਪੈਣ ਤੱਕ ਚੁੱਪ ਕਰ ਗਈਆਂ। ਦੂਜੇ ਦਿਨ ਪੁਲਿਸ ਆਈ। ਚਾਚੇ ਨੂੰ ਸਾਰੇ ਖਾਕੀ ਵਾਲੇ ਜਾਣਦੇ ਸੀ ਤੇ ਤਾਈ ਤੇ ਚਾਚੇ ਨੂੰ ਸਮਝਾ ਕੇ ਥੋੜਾ ਕੁ ਆਪਣਾ ਸੇਵਾ ਪਾਣੀ ਦਾ ਹੀਲਾ ਕਰਕੇ ਮੁੜ ਗਏ। ਕੁਝ ਦਿਨ ਬਾਅਦ ਤਾਈ ਦੀ ਕੁੜੀ ਉਸਨੂੰ ਆਪਣੇ ਨਾਲ ਲੈ ਗਈ। ਤਾਈ ਦਾ ਘਰ ਹੋਰ ਵੀ ਡਰਾਉਣਾ ਲੱਗਣ ਲੱਗਾ। ਭੋਲੂ ਨੂੰ ਰੋਟੀ ਅਸੀਂ ਪਾ ਛੱਡਦੇ, ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਕਮਜ਼ੋਰ ਹੋ ਗਿਆ ਸੀ। ਇੱਕ ਰਾਤ ਭੋਲੂ ਬਹੁਤ ਜ਼ੋਰ-ਜ਼ੋਰ ਦੀ ਭੌਂਕਿਆ। ਉਸਦੀਆਂ ਆਵਾਜ਼ਾਂ ਜਿਵੇਂ ਨਿਰਾ ਦਰਦ ਸੀ। ਸਵੇਰ ਨੂੰ ਕਿਸੇ ਨੇ ਦੇਖਿਆ ਭੋਲੂ ਬਾਹਰ ਸੜਕ ਤੇ ਆਕੜਿਆ ਪਿਆ ਸੀ। ਕਹਿੰਦੇ ਨੇ ਕੁੱਤਾ ਕਦੇ ਵੀ ਘਰ ਵਿੱਚ ਨਹੀਂ ਮਰਦਾ। ਉਸਦੀ ਜਦੋਂ ਜਾਨ ਨਿਕਲਦੀ ਆ ਉਹ ਘਰ ਤੋਂ ਬਾਹਰ ਆ ਜਾਂਦਾ ਹੈ। ਘੰਟੇ ਕੁ ਬਾਅਦ ਕਿਸੇ ਨੇ ਮਾਂ ਕੋਲ ਆ ਕੇ ਦੱਸਿਆ, ਕੋਠੀ ਵਾਲੀ ਪੂਰੀ ਹੋ ਗਈ ਰਾਤ। ਕੁੜੀ ਕੋਲ ਹੀ ਜਾਂਦੀ ਹੀ ਉਦਰੇਵੇਂ ਕਰਕੇ ਬਿਮਾਰ ਹੋ ਗਈ, ਮੁੜ ਕੇ ਬਹਾਲ ਨਹੀਂ ਹੋਈ। ਕਰਮਾ ਆਖੀ ਜਾਂਦੀ ਸੀ ਵੀ ਉਸਦੀ ਲੋਥ ਨੂੰ ਪਿੰਡ ਲੈ ਕੇ ਆਈ ਜਾਂਦੇ ਨੇ। ਹੋਰਾਂ ਦਾ ਪਤਾ ਨਹੀਂ, ਪਰ ਮੈਨੂੰ ਤੇ ਨੀਤੂ ਨੂੰ ਅਫਸੋਸ ਹੋਇਆ ਤਾਈ ਦੇ ਮੁੱਕਣ ਦਾ। ਇੰਜ ਲੱਗਦਾ ਸੀ ਜਿਵੇਂ ਉਸ ਵੱਡੇ ਘਰ ਦੀ ਮਲਕੀਅਤ ਸਾਡੇ ਕੋਲੋਂ ਕਿਸੇ ਨੇ ਖੋਹ ਲਈ ਹੋਵੇ। ਤਾਈ ਦੇ ਉਹ ਭੁਰਭੁਰੇ ਮੁਰੰਡੇ, ਮੱਕੀ ਦੇ ਦਾਣੇ ਤੇ ਪੁਰਾਣੀ ਪਰ ਸਵਾਦਲੀ ਮਠਿਆਈ ਜਿਵੇਂ ਤਾਈ ਨਾਲ ਹੀ ਮੁੱਕ ਗਈ ਸੀ। ਤਾਈ ਦੀ ਉਹ ਪੁਰਾਣੀ ਧੁੰਦਲੇ ਸਫ਼ਿਆਂ ਵਾਲੀ ਕਾਪੀ ਸ਼ਾਇਦ ਹੁਣ ਕਿਸੇ ਨੇ ਨਹੀਂ ਖੋਲ੍ਹਣੀ। ਉਸ ਦਿਨ ਤੋਂ ਬਾਅਦ ਅਸੀਂ ਕਦੇ ਤਾਈ ਦੇ ਘਰ ਵੱਲ ਨਹੀਂ ਗਏ। ਕੁਝ ਇਨਸਾਨ ਪੂਰੀ ਉਮਰ ਸਾਡੇ ਜ਼ਿਹਨ ਵਿੱਚ ਇੱਕ ਯਾਦ ਬਣ ਕੇ ਉੱਕਰ ਜਾਂਦੇ ਨੇ। ਤਾਈ ਜਮਾਲੋ ਉਹਨਾਂ ਵਿੱਚੋਂ ਇੱਕ ਹੈ। ਧੰਨਵਾਦ ਜੀ। ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ